ਪ੍ਰੋਗਰਾਮ ਗੁਰਮਤਿ ਗਿਆਨ ਲਾਈਵ ਦੇ ਵਿੱਚ ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਹੇ ਸਮੂਹ ਦਰਸ਼ਕਾਂ ਦਾ ਮਨਦੀਪ ਸਿੰਘ ਵੱਲੋਂ ਸਵਾਗਤ ਹੈ। ਹਰ ਹਫਤੇ ਦੀ ਤਰ੍ਹਾਂ ਇਸ ਹਫਤੇ ਵੀ ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲੇ ਆਪ ਜੀ ਨੂੰ ਗੁਰਮਤਿ ਸੰਬੰਧੀ ਅਤੇ ਗੁਰਬਾਣੀ ਸੰਬੰਧੀ ਸੇਧ ਦੇਣਗੇ। ਗਿਆਨੀ ਜੀ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ। ਗਿਆਨੀ ਜੀ ਫਤਿਹ ਸਾਂਝੀ ਕਰਕੇ ਪ੍ਰੋਗਰਾਮ ਸ਼ੁਰੂ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਹਫਤੇ ਤੱਕ ਗਿਆਨੀ ਜੀ ਨੇ ਪੌੜੀ ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਦੇ ਜੋ ਅਖਰੀ ਅਰਥ ਹਨ ਅਤੇ ਵਿਆਕਰਣ ਦੀ ਜੋ ਸੇਧ ਸੀ ਉਹ ਦਿੱਤੀ ਸੀ। ਇਸ ਹਫਤੇ ਇਸ ਪ੍ਰੋਗਰਾਮ ਦਾ ਆਗਾਜ਼ ਜੋ ਅਗਲੀ ਪੌੜੀ ਹੈ ਅਸੰਖ ਜਪ ਅਸੰਖ ਭਉ ਅਸੰਖ ਪੂਛਾ ਅਸੰਖ ਤਪਤਾਓ ਤੋਂ ਕੀਤਾ ਜਾਂਦਾ ਹੈ। असंख जप असंख भाव असंख पूजा असंख तपताओ असंख ग्रंथ मुख वेद पाठ असंख जोग मन रहे उदास असंख भगत गुण ज्ञान विचार असंख सती असंख दातार असंख सूर मोह पकसार असंख मोहन लिव लाए तार कुदरत कमन कहाँ विचार वारिया ना जावा एक बार जो तुद भावै साई भली कार तू सदा सलामत निरंकार। गुरु सवारियो पिछलेरी पौड़ी तक गुरु नानक देव सच्चे पातशाह ने बख्शिश करदियां ये गल समझाई कि जेड़े हुक्म मनणगे जेड़े आग्या विच चलणगे वो सुनदे पढ़दे मनदे होए पंच बन जाणगे और पंच परवान होणगे पंच प्रधान होणगे। ਉਹ ਪੰਜ ਮੁਖੀ ਪਰਮਾਤਮਾ ਦੀ ਦਰਗਾਹ ਵਿੱਚ ਵੀ ਮਾਣ ਪ੍ਰਾਪਤ ਕਰਨਗੇ। ਉਹਨਾਂ ਨੂੰ ਇੱਥੇ ਸੰਸਾਰ ਵਿੱਚ ਵੀ ਹਰ ਕੋਈ ਸਤਿਕਾਰ ਦੀ ਭਾਵਨਾ ਨਾਲ ਦੇਖੇ। ਪਰ ਇਹਨਾਂ ਸਾਰੀਆਂ ਪ੍ਰਾਪਤੀਆਂ ਦਾ ਅਰਥ ਇਹ ਨਹੀਂ ਕਿ ਉਹ ਪਰਮਾਤਮਾ ਦੀ ਬੇਅੰਤਤਾ ਤੋਂ ਜਾਣੂ ਹੋ ਜਾਣਗੇ, ਕਿਉਂਕਿ ਅਸੀਂ ਬੇਅੰਤਤਾ ਬਾਰੇ ਜਾਣ ਹੀ ਨਹੀਂ ਸਕਦੇ। क्योंकि महाराज कहते ने उस परमात्मा की बेअंत रचना दे अंदर कितने जीव हैं, कितने उन्हां दे नाम हैं, कितने उन्हां दे थाम हैं और ये लेखा कौन लिख सकता है। जे कोई इस तरह का यतन करेगा भी तो कितना क लेखा लिख लेगा। साडे इन्हां लेखे लिखण दा नतीजा है कि किसी ने मिथ लिया कि इस परमात्मा की रचना विच इस धरती का भार धौले बल्द ने चुकया होया। गुरुदेव ने बड़ी दलील दे के समझाया, मन लो जे इस धरती का भार धौले बल्द ने चुकया है तो उहदे थले आसरा देण वाली किहड़ी चीज़ है। इहदा मतलब होर धरती है, फिर उस नूं किहड़े बल्द ने चुकया है। महाराज ने समझाया धौल धर्म दया का पूत। ये धौल वो धर्म है, वो नियम है, वो मर्यादा है जिस मर्यादा दे तहत सारा संसार चल रहे हैं। पर यदि समझ किन्हां नूं आवेगी जिन्हां दे अंदर दया होवेगी। और ये संतोख थाप रखिया जिन सूत दे अर्थ दसे सी कि सूत्र विच मर्यादा विच उस परमेश्वर ने इस संसार के सिस्टम नूं प्रबंध नूं चलाया। इन्नी गल जिसनूं समझ आ जाएगी, जे को बुझे होवे सचियार, वो फिर सच की पदवी तक पहुँच सकेगा, वो सचियार बन सकेगा और उसनूं समझ आ जाएगी कि तबले उपर केता पार। धौला बेचारा की है जिहड़ा धरती का पार चुक सके। ये तो वाहिगुरू जी के अटल नियम अनुसार ही धरती का भार चुकया होया। आसा की वार विच भी समझाया, भै विच पवन वह सदवाओ, भै विच चलने लख दरियाओ, भै विच अगन कढै वेगार, भै विच धरती दबी भार,
ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ। ਇਹੋ ਹੀ ਭੈ, ਇਹੋ ਹੀ ਧਰਮ, ਇਹੋ ਹੀ ਮਰਿਆਦਾ ਇਸ ਸਾਰੇ ਸੰਸਾਰ ਨੂੰ ਚਲਾ ਰਹੀ ਹੈ। ਤੋ ਗੁਰੂ ਪਾਤਸ਼ਾਹ ਨੇ ਸਾਨੂੰ ਸਮਝਾਇਆ ਕਿ ਅਸੀਂ ਅੰਤ ਪਾਉਣ ਵਾਲੇ ਪਾਸੇ ਨਹੀਂ ਤੁਰਨਾ। ਅੰਤ ਕਿਹੜੀ ਕਿਹੜੀ ਚੀਜ਼ ਦਾ ਪਾਵਾਂਗੇ? ਅਸੰਖ ਜਪ, ਅਸੰਖ ਸ਼ਬਦ ਭਾਵੇਂ ਅਸੀਂ ਗਿਣਤੀ ਦਾ ਕਹਿੰਦੇ ਹਾਂ, ਪਰ ਇੱਥੇ ਅਸੰਖ ਦਾ ਅਰਥ ਹੈ ਬੇਅੰਤ। ਬੇਅੰਤ ਹੀ ਉਸ ਪਰਮਾਤਮਾ ਦੇ ਜਪ ਕਰਨ ਵਾਲੇ ਹਨ, ਤਥਾ ਜਪ ਜਿਨ੍ਹਾਂ ਦੁਆਰਾ ਉਸ ਨੂੰ ਜਪਿਆ ਜਾਂਦਾ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਕੋਈ ਉਸ ਨੂੰ ਰਾਮ ਕਹਿ ਰਿਹਾ, ਕੋਈ ਰਹੀਮ ਕਹਿ ਰਿਹਾ, ਕੋਈ ਕਰੀਮ ਕਹਿ ਰਿਹਾ, ਕੋਈ ਦਿਆਲੂ ਕਹਿ ਰਿਹਾ, ਕੋਈ ਕਿਰਪਾਲੂ ਕਹਿ ਰਿਹਾ। ਅਨੇਕਾਂ ਹੀ ਨਾਵਾਂ ਦੇ ਨਾਲ ਉਸ ਨੂੰ ਜਪਿਆ ਜਾ ਰਿਹਾ ਹੈ। ਔਰ ਅਸੰਖ ਭਾਉ, ਅਸੰਖਾਂ ਹੀ ਜੀਵ ਐਸੇ ਹਨ ਜਿਹੜੇ ਕਈ ਤਰੀਕਿਆਂ ਨਾਲ ਉਸ ਨੂੰ ਭਾਉ ਪਿਆਰ ਕਰ ਰਹੇ ਨੇ। ਇਸ ਵਾਸਤੇ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਅਸੰਖ ਪੂਜਾ, ਅਸੰਖ ਤਪ ਤਾਓ, ਅਸੰਖਾਂ ਹੀ ਉਸ ਦੀ ਪੂਜਾ ਕਰਨ ਵਾਲੇ ਹਨ, ਤਥਾ ਅਸੰਖਾਂ ਹੀ ਤਰੀਕਿਆਂ ਨਾਲ ਉਸ ਦੀ ਪੂਜਾ ਕੀਤੀ ਜਾ ਰਹੀ ਹੈ। ਕੋਈ ਉਸ ਨੂੰ ਫੁੱਲ ਭੇਟ ਕਰ ਰਿਹਾ ਹੈ, ਕੋਈ ਉਸ ਦੀ ਆਰਤੀ ਕਰ ਰਿਹਾ ਹੈ, ਕੋਈ ਉਸ ਦੇ ਦੀਵੇ ਜਗਾ ਕੇ ਆਰਤੀ ਕਰ, ਵੱਖ ਵੱਖ ਤਰੀਕਿਆਂ ਨਾਲ ਪੂਜਾ ਕੀਤੀ ਜਾ ਰਹੀ। ਔਰ ਅਸੰਖ ਤਪ ਤਾਓ, ਤਪ ਤਾਉਣ ਦਾ ਮਤਲਬ ਹੈ ਸਰੀਰ ਨੂੰ ਕਸ਼ਟ ਦੇ ਕੇ, ਸਰੀਰ ਨੂੰ ਕਈ ਤਰ੍ਹਾਂ ਦੇ ਹਠ ਯੋਗ ਵਾਲੇ ਤਰੀਕੇ ਵਰਤ ਕੇ ਪਰਮਾਤਮਾ ਦੀ ਨੇੜਤਾ ਹਾਸਲ ਕਰਨਾ ਚਾਹੁੰਦਾ ਹੈ। ਉਹਨਾਂ ਦੀ ਵੀ ਗਿਣਤੀ ਨਹੀਂ ਕੀਤੀ ਜਾ ਸਕਦੀ। ਕੋਈ ਪੁੱਠੇ ਲਟਕ ਰਹੇ ਨੇ, ਕੋਈ ਧੂਣੀਆਂ ਤਾਪ ਰਹੇ ਨੇ, ਕੋਈ ਜਲ ਧਾਰੇ ਕਰ ਰਹੇ ਨੇ, ਕਈ ਵਰਤ ਰੱਖੀ ਬੈਠੇ ਨੇ, ਕਈ ਇੱਕ ਲੱਤ ਦੇ ਭਾਰ ਖਲੋਤੇ ਨੇ। ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਅਸੰਖ ਪੂਜਾ, ਅਸੰਖ ਤਪਤਾਓ, ਅਸੰਖ ਗ੍ਰੰਥ, ਮੁਖ ਵੇਦ ਪਾਠ। ਇੱਥੇ ਮੁਖ ਦੇ ਖੱਖੇ ਨੂੰ ਸਿਹਾਰੀ ਹੈ, ਜਿਹਦਾ ਮਤਲਬ ਹੈ ਮੂੰਹ ਦੁਆਰਾ। ਅਸੰਖਾਂ ਹੀ ਐਸੇ ਧਾਰਮਿਕ ਗ੍ਰੰਥ ਨੇ ਜਿਨ੍ਹਾਂ ਵਿੱਚ ਵੇਦ ਹਨ, ਸਿਮਰਤੀਆਂ ਹਨ, ਸ਼ਾਸਤਰ ਹਨ, ਪੁਰਾਣ ਹਨ, ਉਪਨਿਸ਼ਦ ਹਨ, ਕਈ ਕਿਤਾਬਾਂ ਹਨ, ਉਹਨਾਂ ਦੀਆਂ ਵੱਖ-ਵੱਖ ਅੱਗੋਂ ਕਿਸਮਾਂ ਹਨ। ਕਹਿਣ ਤੋਂ ਭਾਵ ਅਸੰਖਾਂ ਹੀ ਐਸੇ ਗ੍ਰੰਥ ਨੇ ਜਿਨ੍ਹਾਂ ਨੂੰ ਮੂੰਹ ਦੁਆਰਾ ਪੜ੍ਹਿਆ ਜਾ ਰਿਹਾ ਹੈ, ਵੇਦਾਂ ਨੂੰ ਪੜ੍ਹਿਆ ਜਾ ਰਿਹਾ ਹੈ। ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਤੋ ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ। ਅਸੰਖਾਂ ਹੀ ਜੋਗੀ ਲੋਕ ਹਨ ਜਿਹੜੇ ਜੋਗ ਦੁਆਰਾ ਜੁੜ ਕੇ ਆਪਣੇ ਮਨ ਵਿੱਚ ਉਦਾਸ ਬਿਰਤੀ ਧਾਰਨ ਕਰੀ ਬੈਠੇ ਹਨ, ਜੰਗਲਾਂ ਵਿੱਚ ਚਲੇ ਗਏ ਹਨ, ਸੰਸਾਰ ਛੱਡ ਦਿੱਤਾ ਹੈ, ਗ੍ਰਸਤ ਨੂੰ ਤਿਆਗ ਦਿੱਤਾ ਹੈ। ਉਹਨਾਂ ਦੀ ਵੀ ਗਿਣਤੀ ਨਹੀਂ ਕੀਤੀ ਜਾ ਸਕਦੀ। ਅਸੰਖ ਭਗਤ ਗੁਣ ਗਿਆਨ ਵਿਚਾਰ। ਇੱਥੇ ਭਗਤ ਦਾ ਤੱਤਾ ਮੁਕਤਾ ਹੋਣ ਕਰਕੇ ਬਹੁਵਚਨ ਹੈ, ਨਾਲ ਅਸੰਖ ਵੀ ਆ ਗਿਆ। ਅਸੰਖਾਂ ਹੀ ਭਗਤ ਹਨ ਜੋ ਉਸ ਪਰਮਾਤਮਾ ਦੇ ਗੁਣਾਂ ਦੀ ਗਿਆਨ ਦੁਆਰਾ ਵਿਚਾਰ ਕਰ ਰਹੇ ਨੇ। ਅਸੀਂ ਉਹਨਾਂ ਦੀ ਵੀ ਗਿਣਤੀ ਨਹੀਂ ਕਰ ਸਕਦੇ। ਅਸੰਖ ਸਤੀ, ਅਸੰਖ ਦਾਤਾਰ। ਅਸੰਖਾਂ ਹੀ ਦਾਨੀ ਹਨ ਜਿਹੜੇ ਉਸ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਲੋਕਾਂ ਵਿੱਚ ਵੰਡ ਰਹੇ ਨੇ। ਔਰ ਅਸੰਖਾਂ ਹੀ ਉਹਨਾਂ ਤੋਂ ਵੱਡੇ ਦਾਤਾਰ ਦਾਤੇ ਹਨ ਜਿਹੜੇ ਕਿ ਉਸ ਵਾਹਿਗੁਰੂ ਅਕਾਲ ਪੁਰਖ ਦੇ ਦਿੱਤੇ ਹੋਏ ਵਿੱਚੋਂ ਅਨੇਕਾਂ ਲੋੜਵੰਦਾਂ ਨੂੰ ਦੇ ਰਹੇ ਨੇ। ਅਸੀਂ ਉਹਨਾਂ ਦੀ ਵੀ ਗਿਣਤੀ ਨਹੀਂ ਕਰ ਸਕਦੇ। ਅਸੰਖ ਸੂਰ ਮੋਹ ਪਕਸਾਰ। ਇੱਥੇ ਸੂਰ ਦਾ ਮਤਲਬ ਹੈ ਸੂਰਮੇ। ਉਹ ਸੂਰ ਅੱਖਰ ਗੁਰਬਾਣੀ ਵਿੱਚ ਸੂਰਜ ਲਈ ਵੀ ਆਉਂਦਾ ਹੈ, ਸੂਰਮੇ ਲਈ ਵੀ ਆਉਂਦਾ ਹੈ, ਸ਼ੁਕਰ ਸੂਰ ਲਈ ਵੀ ਆਉਂਦਾ ਹੈ। ਪਰ ਇੱਥੇ ਸੂਰ ਦਾ ਮਤਲਬ ਹੈ ਅਸੰਖਾਂ ਹੀ ਸੂਰਮੇ ਜਿਹੜੇ ਮੈਦਾਨੇ ਜੰਗ ਵਿੱਚ ਪੱਖ ਸਾਰ ਦਾ ਮਤਲਬ ਸਾਰ ਕਹਿੰਦੇ ਨੇ ਫੌਲਾਦ ਨੂੰ। ਹੁਣ ਜੇ ਅਸੀਂ ਸਾਰ ਅੱਖਰੀ ਗੁਰਬਾਣੀ ਵਿੱਚ ਲਈਏ ਤਾਂ ਕਈ ਰੂਪਾਂ ਵਿੱਚ ਆਉਂਦਾ ਹੈ। ਭਾਵ ਉਚਾਰਨ ਤੇ ਸਾਰ ਹੀ ਹੈ ਪਰ ਅਰਥ ਉਹਦੇ ਵੱਖ-ਵੱਖ ਨੇ। ਸਾਰ ਇੱਥੇ ਫੌਲਾਦ ਨੂੰ ਕਿਹਾ, ਪਰ ਸਾਰ ਸ੍ਰੇਸ਼ਟ ਨੂੰ ਵੀ ਕਹਿੰਦੇ ਨੇ, ਸਾਰ ਤਤ ਨਿਚੋੜ ਨੂੰ ਵੀ ਕਹਿੰਦੇ ਨੇ, ਸਾਰ ਕਿਸੇ ਦੀ ਖਬਰ ਸਾਰ ਲੈਣ ਨੂੰ ਵੀ ਕਹਿੰਦੇ ਨੇ। ਮਤਲਬ ਕਹਿਣ ਤੋਂ ਜੈਸਾ ਪ੍ਰਕਰਨ ਹੋਵੇਗਾ ਉਹਦੇ ਮੁਤਾਬਕ ਸਾਰ ਦੇ ਅਰਥ ਹੋਣਗੇ। ਇੱਥੇ ਜੋ ਅਰਥ ਹਨ ਅਸੰਖ ਸੂਰ, ਅਸੰਖਾਂ ਹੀ ਸੂਰਮੇ ਮੋਹ ਭਖ ਸਾਰ ਜਿਹੜੇ ਮੈਦਾਨੇ ਜੰਗ ਵਿੱਚ ਨਿਰਭੈ ਹੋ ਕਰਕੇ ਲੜਦੇ ਹਨ ਔਰ ਆਪਣੇ ਮੂੰਹ ਦੇ ਉੱਤੇ ਸਾਰ ਫੌਲਾਦ ਦੇ ਸ਼ਸਤਰਾਂ ਦੇ ਵਾਰ ਸਹਿੰਦੇ ਹਨ।
ਉਹਨਾਂ ਦੀ ਵੀ ਗਿਣਤੀ ਅਸੀਂ ਨਹੀਂ ਕਰ ਸਕਦੇ। ਅਸੰਖ ਮੌਨ ਲਿਵ ਲਾਏ ਤਾਰ। ਮੌਨ ਦਾ ਮਤਲਬ ਹੈ ਚੁੱਪ ਕਰਕੇ ਬੈਠਣ ਵਾਲੇ, ਜਿਨ੍ਹਾਂ ਨੇ ਮੌਨ ਵਰਤ ਧਾਰਨ ਕੀਤਾ ਹੋਇਆ। ਤਥਾ ਲਿਵ ਲਾਏ ਤਾਰ, ਇੱਕ ਰਸ ਸਮਾਧੀ ਲਾ ਕੇ ਬੈਠੇ ਹੋਏ ਨੇ। ਕਈ ਦੇਰ ਤੀਕਰ ਅੱਖਾਂ ਹੀ ਨਹੀਂ ਖੋਲਦੇ। ਪਰਮਾਤਮਾ ਨਾਲ ਕਹਿੰਦੇ ਅਸੀਂ ਜੁੜੇ ਹੋਏ ਹਾਂ। ਗੱਲ ਕੀ ਮਹਾਰਾਜ ਕਹਿੰਦੇ ਨੇ ਭਾਈ ਉਸ ਪਰਮਾਤਮਾ ਦੀ ਬੇਅੰਤ ਰਚਨਾ ਵਿੱਚ ਇਹਨਾਂ ਲੋਕਾਂ ਦਾ ਤਾਂ ਅਸੀਂ ਅੰਤ ਨਹੀਂ ਪਾ ਸਕਦੇ, ਇਹਨਾਂ ਦੀ ਤਾਂ ਗਿਣਤੀ ਨਹੀਂ ਕਰ ਸਕਦੇ। ਫਿਰ ਉਸ ਪਰਮਾਤਮਾ ਦੀ ਜਿਹੜੀ ਰਚੀ ਹੋਈ ਰਚਨਾ ਹੈ ਉਹਦੀ ਕਿਵੇਂ ਗਿਣਤੀ ਕਰ ਸਕਦੇ? ਕੁਦਰਤ ਕਵਣ ਕਹਾਂ ਵਿਚਾਰ। ਇੱਥੇ ਕੁਦਰਤ ਦਾ ਮਤਲਬ ਹੈ ਮੇਰੀ ਕੀ ਸਮਰੱਥਾ ਹੈ, ਮੇਰੀ ਕੀ ਤਾਕਤ ਹੈ ਕਿ ਮੈਂ ਉਸ ਪਰਮਾਤਮਾ ਦੀ ਬੇਅੰਤ ਰਚਨਾ ਬਾਰੇ ਕੋਈ ਵਿਚਾਰ ਦੱਸਾਂ। ਵਾਰਿਆ ਨਾ ਜਾਵਾਂ ਏਕ ਵਾਰ, ਮੈਂ ਤੇ ਇੱਕ ਵਾਰੀ ਵਾਰਨੇ ਜਾਣ ਜੋਗਾ ਵੀ ਨਹੀਂ। ਭਾਵ ਮੈਂ ਇਤਨਾ ਤੁੱਛ ਹਾਂ, ਇਤਨਾ ਛੋਟਾ ਹਾਂ, ਇਤਨਾ ਹਾਂ ਕਿ ਮੈਂ ਉਸ ਦਾ ਅੰਤ ਨਹੀਂ ਪਾ ਸਕਦਾ। ਹਾਂ, ਇੱਕ ਗੱਲ ਮੈਨੂੰ ਸਮਝ ਵਿੱਚ ਆਈ ਹੈ, हे परमात्मा, जो तुद भावै साई भली कार। जो तुद भावै, जो तेनू चंगा लगता है वो कार मैनू चंगी लगती है, वो मेरे लिए भली कार है, वो मेरे लिए श्रेष्ठ है। जो तुद भावै साई भली कार, तू सदा सलामत निरंकार। हे अकाल पुरख जी, तू सदा सलामत कायम रहन वाला है। निरंकार इत्थे संबोधन है, हे निरंकार। जे निरंकार नाउन हुंदा तो उहदे रारे नूं औंकड़ लग जाना सी। निरंकार संबोधन करके हे निरंकार तू सदा सलामत रहन वाला है, मेरे विच कोई समर्था नहीं कि मैं तेरी रचना दा अंत पा सकां या मैं उहदे बारे कुछ वर्णन भी कर सकां। हुण इस तों अगलेरी पौड़ी विच पातशाह फरमांदे ने, असंख मूर्ख अंधकोर, असंख चोर हराम खोर, असंख अमर कर जाहे जोर, असंख गल वड हत्या कमाहे, असंख पापी पाप कर जाहे, असंख कूड़ियार कूड़े फिराहे, असंख मलेच मल भख खाहे, असंख निंदक सिर करें पहार, नानक नीच कह विचार, वारिया न जावा एक बार। जो तुद भावै साई भली कार, तू सदा सलामत निरंकार। हे अकाल पुरख जी, तुहाडी बेअंत रचना दे अंदर असंख्या ही मूर्ख हैं। मूर्ख एक छोटी डिग्री है, पर अंधकोर महामूर्ख भी हैं, उन्हां तो बड़े मूर्ख भी हैं। और असंख्या ही चोर ਜਿਹੜੇ ਦੂਜਿਆਂ ਦਾ ਮਾਲ ਲੁੱਟ ਕੇ ਖਾ ਰਹੇ ਨੇ, ਹਰਾਮ ਖੋਰ ਜਿਹੜੇ ਆਪਣੀ ਕਿਰਤ ਕਮਾਈ ਨਹੀਂ ਕਰਦੇ, ਦੂਜਿਆਂ ਦੀ ਕਮਾਈ ਤੇ ਪਲਦੇ ਨੇ, ਮਹਾਰਾਜ ਉਹਨਾਂ ਨੂੰ ਹਰਾਮ ਖੋਰ ਕਹਿੰਦੇ ਨੇ। ਭਾਵ ਉਹਨਾਂ ਦੀ ਵੀ ਗਿਣਤੀ ਨਹੀਂ ਕੀਤੀ ਜਾ ਸਕਦੀ, ਉਹ ਵੀ ਅਸੰਖਾ ਹਨ। असंख अमर कर जाहे जोर। असंख्या ही परमात्मा दी रचना विच ऐसे मनुख ने ਜਿਹੜੇ बड़े ਧੱਕੜਬਾਜ਼ ਨੇ, ਜਿਹੜੇ ਜ਼ਬਰਦਸਤੀ ਲੋਕਾਂ ਤੇ ਆਪਣਾ ਹੁਕਮ ਚਲਾ ਕੇ ਚਲੇ ਜਾਂਦੇ ਨੇ। ਭਾਵ ਜਦੋਂ ਕਿਸੇ ਨੂੰ ਤਾਕਤ ਮਿਲਦੀ ਹੈ, ਜਦੋਂ ਕਿਸੇ ਵਿੱਚ ਜ਼ੋਰ ਆਉਂਦਾ ਹੈ, ਉਹ ਬਾੜਿਆਂ ਤੇ ਧੱਕਾ ਕਰਦਾ। ਐਸੇ ਵੀ ਅਣਗਿਣਤ ਹਨ। असंख अमर कर जाहे जोर, असंख कूड़ियार असंख गलवड हत्या कमाए। असंख्या ही गलवड ਹਨ। गलवड कसाई ਨੂੰ ਕਹਿੰਦੇ ਨੇ, ਜਿਹੜੇ ਸਵੇਰ ਤੋਂ ਸ਼ਾਮ ਤੀਕਰ ਅਨੇਕਾਂ ਹੀ ਜੀਵਾਂ ਦੇ ਗਲ ਵੱਢਦੇ ਹਨ ਤੇ ਹੱਤਿਆ ਕਮਾਉਂਦੇ ਨੇ। ਉਹਨਾਂ ਦੀ ਵੀ ਗਿਣਤੀ ਨਹੀਂ ਕੀਤੀ ਜਾ ਸਕਦੀ। असंख पापी पाप कर जाए। पापी कौन ਹਨ, ਪੁੰਨੀ ਕੌਣ ਹਨ? ਜਿਹੜੇ ਭਾਈ ਮਰਿਆਦਾ ਦਾ ਉਲੰਘਣ ਕਰਕੇ ਗਲਤ ਕੰਮ ਕਰਦੇ ਨੇ, ਜਿਨ੍ਹਾਂ ਕੰਮਾਂ ਤੋਂ ਗੁਰੂਆਂ ਨੇ ਮਹਾਂਪੁਰਸ਼ਾਂ ਨੇ ਰੋਕਿਆ ਸੀ, ਜਿਹੜੇ ਕਰਦੇ ਨੂੰ ਪਾਪੀ ਕਹੇ ਜਾਂਦੇ ਨੇ। तो ऐसे भी अनेका ਹਨ ਜਿਹੜੇ पाप कर करके संसार तो चले जाते हैं। असंख कूड़ियार, असंख्या ही झूठ बोलने वाले हैं।
ਜਿਨ੍ਹਾਂ ਦੇ ਅੰਦਰ ਹਰ ਵੇਲੇ ਝੂਠ ਹੀ ਵਰਤਦਾ ਹੈ ਔਰ ਸਵੇਰ ਤੋਂ ਸ਼ਾਮ ਤੀਕਰ ਤਥਾ ਸਾਰੀ ਜ਼ਿੰਦਗੀ ਉਹ ਕੂੜ ਵਿੱਚ ਹੀ ਫਸੇ ਰਹਿੰਦੇ ਨੇ। ਭਾਵ ਕੂੜੇ ਕੰਮਾਂ ਵਿੱਚ ਹੀ ਉਹਨਾਂ ਦਾ ਜੀਵਨ ਬਤੀਤ ਹੋ ਜਾਂਦਾ ਹੈ। ਅਸੰਖ ਮਲੇਛ ਮਲ ਭਖ ਖਾਹੇ। ਮਲੇਛ ਅੱਖਰ ਜੋ ਹੈ ਇਸ ਨੂੰ ਸੰਧੀ ਛੇਦ ਕਰ ਲਓ। ਮਲ ਏਛ, ਏਛ ਦਾ ਮਤਲਬ ਹੈ ਇੱਛਾ, ਮੈਲੀ ਇੱਛਾ ਰੱਖਣ ਵਾਲੇ, ਜਿਨ੍ਹਾਂ ਦੀ ਮਲੀਨ ਭਾਵਨਾ ਹੈ, ਐਸੇ ਵੀ ਬਹੁਤ ਨੇ ਜਿਹੜੇ ਸਾਰੀ ਜ਼ਿੰਦਗੀ ਮਲ ਭਖ ਖਾਹੇ, ਮੈਲ ਹੀ ਖਾਂਦੇ ਹਨ। ਭਾਵ ਗੰਦਗੀ ਹੀ ਖਾਂਦੇ ਹਨ, ਭਾਵ ਗੰਦੇ ਪਦਾਰਥਾਂ ਨੂੰ ਛਕਦੇ ਹਨ ਤਥਾ ਉਹਨਾਂ ਦੀ ਰੁਚੀ ਭੈੜੇ ਕੰਮਾਂ ਵਿੱਚ ਹੀ ਲੱਗੀ ਰਹਿੰਦੀ ਹੈ। ਅਸੰਖ ਨਿੰਦਕ ਸਿਰ ਕਰੈ ਭਾਰ। ਅਸੰਖਾਂ ਹੀ ਨਿੰਦਕ ਹਨ। ਇਹ ਰੂਲ ਸਦਾ ਚੇਤੇ ਰੱਖਣਾ ਹੈ। ਜਦੋਂ ਇੱਕ ਵਚਨ ਹੋਏਗਾ ਤੇ ਅਖੀਰਲੇ ਅੱਖਰ ਨੂੰ ਔਂਕੜ ਲੱਗਾ ਹੋਵੇਗਾ। ਜਦੋਂ ਔਂਕੜ ਹਟ ਜਾਏਗਾ ਉਹ ਪਲੂਰਲ ਬਹੁਵਚਨ ਬਣ ਜਾਏਗਾ। ਅਸੰਖ ਨਿੰਦਕ, ਅਸੰਖਾਂ ਹੀ ਨਿੰਦਕ ਹਨ। ਸਿਰ ਕਰੈ ਭਾਰ, ਜਿਹੜੇ ਦੂਜਿਆਂ ਦੀ ਨਿੰਦਿਆ ਕਰ ਕਰਕੇ ਆਪਣੇ ਸਿਰ ਦੇ ਉੱਤੇ ਭਾਰ ਚੁੱਕਦੇ ਨੇ। ਗੁਰਬਾਣੀ ਦੇ ਆਸ਼ੇ ਮੁਤਾਬਕ ਨਿੰਦਿਆ ਕਰਨੀ ਅੱਛੀ ਬਾਤ ਨਹੀਂ, ਪਰ ਮਹਾਰਾਜ ਤੇ ਉਸ ਦੀ ਰਚਨਾ ਦੀ ਬੇਅੰਤਤਾ ਦੱਸ ਰਹੇ ਨੇ ਕਿ ਉਸ ਵਿੱਚ ਕੈਸੇ ਕੈਸੇ ਲੋਕ ਨੇ। ਇੱਥੇ ਨਿੰਦਿਆ ਦੀ ਜੇ ਵਿਆਖਿਆ ਕਰੀਏ ਤਾਂ ਬਾਣੀ ਵਿੱਚ ਲਿਖਿਆ, ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ, ਮੋਹ ਕਾਲੇ ਤਿਨਾ ਨਿੰਦਕਾ, ਨਰਕੇ ਘੋਰ ਪਵਨ। ਨਿੰਦਾ ਕਰਨੀ, ਦੂਜਿਆਂ ਦੇ ਕੀਤੇ ਹੋਏ ਗਲਤ ਕੰਮਾਂ ਦਾ ਭਾਰ ਆਪਣੇ ਸਿਰ ਤੇ ਚੁੱਕਣ ਵਾਲੀ ਗੱਲ ਹੈ। ਤੋ ਪਾਤਸ਼ਾਹ ਕਹਿੰਦੇ ਨੇ ਅਸੰਖ ਨਿੰਦਕ ਸਿਰ ਕਰੈ ਭਾਰ। ਸਿਰ ਦੇ ਰਾਰੇ ਨੂੰ ਸਿਆਰੀ ਹੈ, ਸਿਰ ਉੱਤੇ ਭਾਰ ਚੁੱਕਦੇ ਹਨ। ਦੂਜਿਆਂ ਦੀ ਨਿੰਦਿਆ ਕਰਕੇ ਆਪਣੇ ਸਿਰ ਦੇ ਉੱਤੇ ਭਾਰ ਚੁੱਕਣਾ ਕਰਦੇ ਹਨ। ਨਾਨਕ ਨੀਚ ਕਹਿ ਵਿਚਾਰ। ਹੁਣ ਇੱਥੇ ਨਾਨਕ ਦੇ ਕੱਕੇ ਨੂੰ ਔਂਕੜ ਆਇਆ। ਮੈਂ ਆਰੰਭ ਵਿੱਚ ਵੀ ਦੱਸਿਆ ਸੀ, ਪਰ ਕਿਉਂਕਿ ਲੋਕਾਂ ਦੀ ਯਾਦਾਸ਼ਤ ਬਹੁਤ ਘੱਟ ਹੈ, ਲੋਕ ਗੁਰਬਾਣੀ ਦਾ ਅਧਿਐਨ ਸਟੱਡੀ ਬਹੁਤ ਘੱਟ ਕਰਦੇ ਨੇ, ਉਹਨਾਂ ਨੂੰ ਬਾਰ-ਬਾਰ ਇਹ ਗੱਲ ਦ੍ਰਿੜ ਕਰਾਉਣੀ ਪਵੇਗੀ। ਜੇ ਨਾਨਕ ਦਾ ਕੱਕਾ ਮੁਕਤਾ ਹੋਵੇ ਤਾਂ ਉਹ ਕਵੀ ਦੀ ਮੋਹਰ ਛਾਪ ਹੈ। ਜੇ ਨਾਨਕ ਦੇ ਕੱਕੇ ਨੂੰ ਔਂਕੜ ਹੋਵੇ, ਉਹ ਨਾਨਕ ਜੀ ਆਪਣੇ ਵਾਸਤੇ ਗੱਲ ਕਰਦੇ ਨੇ। ਤੇ ਜੇ ਨਾਨਕ ਦਾ ਕੱਕਾ ਮੁਕਤਾ ਵੀ ਹੋਵੇ ਪਰ ਉਸ ਦੇ ਨਾਲ ਕਾ ਕੇ ਕੀ ਕਹੋ ਆ ਜਾਏ ਤਾਂ ਉਸ ਨੂੰ ਨਾਨਕ ਨਾਲ ਜੋੜ ਕੇ ਪੜ੍ਹਨਾ ਹੈ। ਜਿੱਥੇ ਨਾਨਕ ਦੇ ਕੱਕੇ ਨੂੰ ਸਿਹਾਰੀ ਹੋਵੇਗੀ ਉੱਥੇ ਨਾਨਕ ਦੁਆਰਾ ਇਹ ਕੰਮ ਕੀਤਾ ਗਿਆ। ਤੋ ਸਾਰੇ ਜਪਜੀ ਸਾਹਿਬ ਵਿੱਚ ਨਾਨਕ ਕੱਕੇ ਨੂੰ ਔਂਕੜ ਵਾਲਾ ਸਿਰਫ 2 ਵਾਰੀ ਆਉਂਦਾ ਹੈ। ਇਹ ਪਹਿਲੀ ਵਾਰ ਆਇਆ, ਜਿਸ ਦੇ ਨਾਲ ਨੀਚ ਵੀ ਹੈ। ਇਹ ਨੀਚ ਗੁਰੂ ਸਾਹਿਬ ਕਿਸੇ ਹੋਰ ਨੂੰ ਨਹੀਂ ਕਹਿੰਦੇ, ਇਹ ਉਹਨਾਂ ਦਾ ਵਿਸ਼ੇਸ਼ਣ ਹੈ, ਇਹ ਉਹਨਾਂ ਦੀ ਵਿਸ਼ੇਸ਼ਤਾ ਹੈ ਕਿ ਉਹ ਆਪਣੇ ਆਪ ਨੂੰ ਨੀਚ ਕਹਿੰਦੇ ਹਨ। ਹੋਰ ਵੀ ਬਹੁਤ ਸਾਰੀਆਂ ਪੰਕਤੀਆਂ ਗੁਰਬਾਣੀ ਵਿੱਚੋਂ ਕੋਟ ਕੀਤੀਆਂ ਜਾ ਸਕਦੀਆਂ ਨੇ ਜਿਨ੍ਹਾਂ ਵਿੱਚ ਮਹਾਰਾਜ ਆਪਣੇ ਆਪ ਨੂੰ ਨੀਚ ਕਹਿੰਦੇ ਨੇ। ਤੋ ਇੱਥੇ ਗੁਰਦੇਵ ਕਹਿੰਦੇ ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਮੈਂ ਤੇ ਇੱਕ ਵਾਰੀ ਵਾਰਨੇ ਜਾਣ ਜੋਗਾ ਵੀ ਨਹੀਂ, ਭਾਵ ਮੈਂ ਇਤਨਾ ਤੁੱਛ ਹਾਂ, ਇਤਨਾ ਹੇਚ ਹਾਂ। ਹਾਂ, ਇੱਕ ਗੱਲ ਮੈਨੂੰ ਸਮਝ ਆਈ ਹੈ ਕਿ ਜੋ ਤੁਧ ਪਾਵੈ ਸਾਈ ਭਲੀ ਕਾਰ। ਹੇ ਮੇਰੇ ਵਾਹਿਗੁਰੂ, ਜੋ ਤੈਨੂੰ ਚੰਗਾ ਲੱਗਦਾ ਹੈ ਉਹੋ ਹੀ ਕਾਰ ਮੇਰੇ ਲਈ ਚੰਗੀ ਹੈ, ਉਹਨੂੰ ਮੈਂ ਚੰਗਾ ਸਮਝਦਾ ਹਾਂ। ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ। ਹੈ ਨਿਰੰਕਾਰ, ਤੂੰ ਹੀ ਹੈ ਜੋ ਸਦਾ ਸਲਾਮਤ ਕਾਇਮ ਰਹਿਣ ਵਾਲਾ ਹੈ। ਬਾਕੀ ਸੰਸਾਰ ਦੀ ਹਰ ਚੀਜ਼ ਜਿਹੜੀ ਹੈ ਇਹਨੇ ਇੱਕ ਦਿਨ ਨਾਸ ਹੋ ਜਾਣਾ ਹੈ। ਫਿਰ ਪਾਤਸ਼ਾਹ ਕਹਿੰਦੇ ਨੇ ਅਸੰਖ ਨਾਮ ਅਸੰਖ ਥਾਮ, ਅਗੰਮ ਅਗੰਮ ਅਸੰਖ ਲੋ। ਅਸੰਖ ਕਹੇ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾ, ਅਖਰੀ ਗਿਆਨ ਗੀਤ ਗੁਣ ਗਾ। ਅਖਰੀ ਲਿਖਣ ਬੋਲਣ ਬਾਣ, ਅਖਰਾਂ ਸਿਰ ਸੰਜੋਗ ਵਕਾਣ। ਜਿਨ ਇਹ ਲਿਖੇ ਤਿਸ ਸਿਰ ਨਾਹੇ, ਜਿਵ ਫਰਮਾਏ ਤਿਵ ਤਿਵ ਪਾਹੇ। ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੇਂ ਨਾਹੀ ਕੋ ਥਾਉ। ਕੁਦਰਤ ਕਵਣ ਕਹਾਂ ਵਿਚਾਰ,
ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਕਾਲ ਪੁਰਖ ਦੀ ਬੇਅੰਤ ਰਚਨਾ ਵਿੱਚ ਅਸੰਖਾਂ ਹੀ ਜੀਵ ਹਨ ਔਰ ਉਹਨਾਂ ਦੇ ਅਸੰਖਾਂ ਹੀ ਨਾਮ ਹਨ। ਉਹਨਾਂ ਦੇ ਰਹਿਣ ਦੇ ਅਸੰਖਾਂ ਹੀ ਥਾਮ ਟਿਕਾਣੇ ਹਨ। ਫਿਰ ਮਹਾਰਾਜ ਕਹਿੰਦੇ ਨੇ ਅਗੰਮ ਅਗੰਮ ਅਸੰਖ ਲੋ। ਇਹ ਜਿਹੜਾ ਅਗੰਮ ਸ਼ਬਦ ਹੈ ਇੱਥੇ ਤਾਂ ਗੱਗੇ ਨੂੰ ਟਿੱਪੀ ਨਾਲ ਆਇਆ, ਪਰ ਆਮ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਐੜਾ ਗੱਗਾ ਮਮਾ ਅਗੰਮ ਆਉਂਦਾ। ਇਹਨੂੰ ਦੋਵੇਂ ਤਰ੍ਹਾਂ ਹੀ ਪੜ੍ਹਿਆ ਜਾਂਦਾ ਹੈ, ਅਗੰਮ ਅਗੰਮ, ਜਿਹਦਾ ਅਖਰੀ ਅਰਥ ਹੈ ਗਮਤਾ ਤੋਂ ਰਹਿਤ। ਐਸੇ ਅਨੇਕਾਂ ਹੀ ਲੋਕ ਹਨ ਉਹਦੀ ਰਚਨਾ ਵਿੱਚ ਜਿੱਥੇ ਸਾਡੀ ਪਹੁੰਚ ਹੀ ਨਹੀਂ, ਜਿੱਥੇ ਅਸੀਂ ਜਾ ਹੀ ਨਹੀਂ ਸਕੇ, ਜਿੱਥੇ ਅਸੀਂ ਦੇਖ ਹੀ ਨਹੀਂ ਸਕੇ। ਤਾਂ ਮਹਾਰਾਜ ਕਹਿੰਦੇ ਨੇ ਉਸ ਦੀ ਬੇਅੰਤਤਾ ਨੂੰ ਕਿਵੇਂ ਕੋਈ ਬਿਆਨ ਕਰ ਸਕਦਾ ਹੈ। ਅਸੰਖ ਨਾਮ ਅਸੰਖ ਥਾਮ, ਅਗੰਮ ਅਗੰਮ ਅਸੰਖ ਲੋ। ਲੋ ਦਾ ਮਤਲਬ ਹੈ ਲੋਕ, ਇਹਨੂੰ ਲੋਏ ਨਹੀਂ ਪੜ੍ਹਨਾ, ਲੋਆ ਨਹੀਂ ਪੜ੍ਹਨਾ, ਇਹਦਾ ਉਚਾਰਨ ਹੈ ਲੋ। ਇਹਦਾ ਨਿਯਮ ਹੈ ਸਾਰੀ ਗੁਰਬਾਣੀ ਵਿੱਚ ਕਿ ਜਿਹੜਾ ਪਹਿਲੇ ਅੱਖਰ ਨੂੰ ਮਾਤਰਾ ਲੱਗੀ ਹੈ ਉਹਨੂੰ ਥੋੜਾ ਲਮਕਾ ਦੇਣਾ ਹੈ। ਅਗੰਮ ਅਗੰਮ ਅਸੰਖ ਲੋ। ਅਸੰਖਾਂ ਹੀ ਐਸੇ ਲੋਕ ਹਨ ਜਿੱਥੇ ਤੀਕਰ ਸਾਡੀ ਗਮਤਾ ਨਹੀਂ, ਪਹੁੰਚ ਨਹੀਂ। ਫਿਰ ਮਹਾਰਾਜ ਕਹਿੰਦੇ ਨੇ ਅਸੰਖ ਕਹੇ ਸਿਰ ਭਾਰ ਹੋਏ। ਜਿਹੜੇ ਉਸ ਨੂੰ ਅਸੰਖ ਕਹਿੰਦੇ ਹਨ ਉਹਨਾਂ ਦੇ ਸਿਰ ਤੇ ਵੀ ਭਾਰ ਹੈ। ਤੁਸੀਂ ਆਖੋਗੇ ਇਹ ਕਿਉਂ? ਕਿਉਂਕਿ ਅਸੰਖ ਕਹਿਣਾ ਵੀ ਜਿਹੜਾ ਹੈ ਇਹ ਮਾਨੋ ਉਸ ਦੀ ਬੇਅੰਤਤਾ ਨੂੰ ਚੈਲੰਜ ਕਰਨ ਵਾਲੀ ਗੱਲ ਹੈ। ਪਰ ਮਹਾਰਾਜ ਕਹਿੰਦੇ ਨੇ ਇੱਕ ਮਜਬੂਰੀ ਹੈ। ਜਦੋਂ ਅਸੀਂ ਕਿਸੇ ਗੱਲ ਦਾ ਵਰਣਨ ਕਰਨਾ ਚਾਹਾਂਗੇ ਤਾਂ ਫਿਰ ਸਾਨੂੰ ਅੱਖਰਾਂ ਦੀ ਵਰਤੋਂ ਤੇ ਕਰਨੀ ਪਵੇ। ਅੱਖਰੀ ਨਾਮ ਅੱਖਰੀ ਸਾਲਾ। ਜੇ ਪਰਮਾਤਮਾ ਦਾ ਨਾਮ ਲੈਣਾ ਹੈ ਤਾਂ ਵੀ ਅੱਖਰਾਂ ਦੀ ਵਰਤੋਂ ਕਰਨੀ ਪਵੇਗੀ। ਭਾਵੇਂ ਵਾਹਿਗੁਰੂ ਕਹਿਣਾ ਹੈ, ਭਾਵੇਂ ਰਾਮ ਕਹਿਣਾ ਹੈ, ਭਾਵੇਂ ਅੱਲਾ ਕਹਿਣਾ ਹੈ, ਅੱਖਰਾਂ ਦੀ ਵਰਤੋਂ ਤੇ ਕਰਨੀ ਪਵੇਗੀ। ਜੇ ਇਹ ਕਹਿਣਾ ਹੈ ਕਿ ਪਰਮਾਤਮਾ ਬਹੁਤ ਵੱਡਾ ਹੈ, ਪਰਮਾਤਮਾ ਬਹੁਤ ਦਿਆਲੂ ਹੈ, ਪਰਮਾਤਮਾ ਬਹੁਤ ਮਿਹਰਬਾਨ ਹੈ, ਫਿਰ ਵੀ ਅੱਖਰਾਂ ਦੀ ਵਰਤੋਂ ਕਰਨੀ ਪਵੇਗੀ। ਅੱਖਰੀ ਨਾਮ ਅੱਖਰੀ ਸਾਲਾ, ਅੱਖਰੀ ਗਿਆਨ ਗੀਤ ਗੁਣਗਾ। ਜੇ ਪਰਮਾਤਮਾ ਦੇ ਗੁਣਾਂ ਨੂੰ ਜਾਣਨਾ ਹੈ, ਉਹਨਾਂ ਦੇ ਬਾਰੇ ਵਿੱਚ ਕੁਝ ਵਰਣਨ ਕਰਨਾ ਹੈ, ਉਹਦੇ ਗੀਤ ਗਾਉਣੇ ਹਨ, ਤਾਂ ਵੀ ਅੱਖਰਾਂ ਦੀ ਵਰਤੋਂ ਕਰਨੀ ਪਵੇਗੀ। ਅੱਖਰੀ ਲਿਖਣ ਬੋਲਣ ਬਾਣ। ਅੱਖਰਾਂ ਦੁਆਰਾ ਹੀ ਲਿਖਿਆ ਜਾ ਸਕਦਾ ਹੈ, ਅੱਖਰਾਂ ਦੁਆਰਾ ਹੀ ਬੋਲਿਆ ਜਾ ਸਕਦਾ ਹੈ। ਭਾਵ ਉਸ ਦੇ ਸੰਬੰਧ ਵਿੱਚ ਕੋਈ ਵੀ ਬਾਣੀ, ਕੋਈ ਵੀ ਅਸੀਂ ਗੱਲ ਕਹਿਣੀ ਚਾਹੁੰਦੇ ਹਾਂ, ਅੱਖਰਾਂ ਦੀ ਮੁਹਤਾਜੀ ਤੇ ਰਹੇਗੀ। ਅੱਖਰਾਂ ਸਿਰ ਸੰਜੋਗ ਵਖਾਣ। ਅੱਖਰਾਂ ਦੁਆਰਾ ਹੀ ਸਿਰ ਦੇ ਉੱਤੇ ਜੋ ਸੰਜੋਗ ਹਨ, ਪਾਤਸ਼ਾਹ ਨੇ ਬਾਣੀ 'ਚ ਦੱਸਿਆ ਕਿ ਸੰਜੋਗ ਵਿਜੋਗ ਦੋਏ ਕਾਰ ਚਲਾਵੇਂ, ਲੇਖੇ ਆਵੇਂ ਭਾਗ। ਇਹ ਜਿਹੜੀ ਸੰਸਾਰ ਦੀ ਖੇਡ ਹੈ ਇਹਨਾਂ ਸੰਜੋਗਾਂ ਤੇ ਵਿਜੋਗਾਂ ਅਨੁਸਾਰ ਚੱਲ ਰਹੀ ਹੈ, ਪਰ ਇਹਦਾ ਵਰਣਨ ਕਰਨ ਵਾਸਤੇ ਵੀ ਸਾਨੂੰ ਅੱਖਰਾਂ ਦੀ ਵਰਤੋਂ ਕਰਨੀ ਪਵੇਗੀ। ਪਰ ਹੁਣ ਗੁਰਦੇਵ ਕਹਿੰਦੇ ਨੇ ਜਿਨ ਇਹ ਲਿਖੇ ਤਿਸ ਸਿਰ ਨਾਹੀਂ। ਜਿਸ ਪਰਮਾਤਮਾ ਨੇ ਇਹ ਸਾਰੇ ਲੇਖੇ ਲਿਖੇ ਨੇ, ਸਭ ਜੀਵਾਂ ਦਾ ਹਿਸਾਬ ਕਿਤਾਬ ਲਿਖਿਆ, ਉਸ ਪਰਮਾਤਮਾ ਦੇ ਸਿਰ ਉੱਤੇ ਕੋਈ ਲੇਖਾ ਨਹੀਂ। ਭਾਵ ਉਸ ਦਾ ਕੋਈ ਹਿਸਾਬ ਕਿਤਾਬ ਨਹੀਂ ਦੱਸ ਸਕਦਾ। ਜਿਨ ਇਹ ਲਿਖੇ ਤੇ ਸਿਰ ਨਾਹੀਂ, ਜੇ ਫਰਮਾਏ ਤਿਵ ਤਿਵ ਪਾਹੇ। ਜਿਵੇਂ ਜਿਵੇਂ ਪਰਮਾਤਮਾ ਦਾ ਹੁਕਮ ਹੁੰਦਾ ਹੈ ਉਵੇਂ ਉਵੇਂ ਜੀਵਾਂ ਨੂੰ ਫਲ ਮਿਲਦਾ ਹੈ। ਫਿਰ ਮਹਾਰਾਜ ਕਹਿੰਦੇ ਨੇ ਜੇਤਾ ਕੀਤਾ ਤੇ ਤਾ ਨਾਉ। ਜਿਤਨੀ ਪਰਮਾਤਮਾ ਨੇ ਸੰਸਾਰ ਦੀ ਰਚਨਾ ਕੀਤੀ ਹੈ, ਕੀਤਾ ਤੋਂ ਭਾਵ ਹੈ ਜੋ ਬਣਾਇਆ ਹੈ, ਜੋ ਰਚਿਆ ਹੈ, ਇਹ ਸਭ ਉਸੇ ਦਾ ਹੀ ਨਾਮ ਹੈ। ਕੋਈ ਐਸੀ ਜਗ੍ਹਾ ਨਹੀਂ ਜਿੱਥੇ ਪਰਮਾਤਮਾ ਦਾ ਜ਼ਿਕਰ ਨਾ ਹੋਵੇ। ਜੇਤਾ ਕੀਤਾ ਤੇਤਾ ਨਾਉ। ਜੋ ਵੀ ਉਸਨੇ ਸੰਸਾਰ ਬਣਾਇਆ ਹੈ ਸਭ ਉਸਦਾ ਨਾਮ ਹੈ। ਭਾਵ ਉਸਦਾ ਹੀ ਚਰਚਾ ਤੇ ਜ਼ਿਕਰ ਕਰਨਾ ਪਵੇਗਾ। ਬਿਨ ਨਾਵੇਂ ਨਾ ਹੀ ਕੋ ਥਾਉ। ਬਿਨਾਂ ਉਸ ਪਰਮਾਤਮਾ ਦੇ ਜ਼ਿਕਰ ਤੋਂ, ਉਹਦੇ ਨਾਮ ਤੋਂ ਕੋਈ ਜਗ੍ਹਾ ਹੈ ਹੀ ਨਹੀਂ। ਇਹੀ ਗੱਲ ਗੁਰਬਾਣੀ ਸਾਨੂੰ ਸਮਝਾਉਂਦੀ ਹੈ ਕਿ ਜਾਂ ਜਾਂ ਪੇਖੋ ਤਾਂ ਹਜ਼ੂਰ, ਦੂਰ ਕਤੋਂ ਨਾ ਜਾਈ। ਰੱਬ ਰਹਾ ਸਰਬਤਰ ਮੈਂ, ਮਨ ਸਦਾ ਧਿਆਈ।
ਅੱਜ ਇਸ ਪਰਮੇਸ਼ਵਰ ਦੇ ਦਰਸ਼ਨ ਕਰਨ ਲਈ ਲੋਕ ਬੜੇ ਉਤਾਵਲੇ ਤਰਲੋ ਮੱਛੀ ਹੋ ਰਹੇ ਨੇ। ਗੁਰਬਾਣੀ ਗੁਰੂ ਜੀ ਤਾਂ ਬੜੇ ਸੌਖੇ ਤਰੀਕੇ ਨਾਲ ਸਮਝਾਉਂਦੇ ਨੇ। ਕਹਿੰਦੇ ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਕੀਆ, ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਆਖਿਆ ਉਸ ਪਰਮਾਤਮਾ ਤੋਂ ਬਿਨਾਂ ਕੋਈ ਜਗ੍ਹਾ ਨਹੀਂ। ਇਸ ਲਈ ਗੁਰੂ ਪਾਤਸ਼ਾਹ ਕਹਿੰਦੇ ਨੇ ਭਾਈ ਮੇਰੇ ਵਿੱਚ ਕੀ ਸਮਰੱਥਾ ਹੈ, ਕੁਦਰਤ ਕਵਣ ਕਹਾਂ ਵਿਚਾਰ, ਮੈਂ ਕੋਈ ਇਹਦੇ ਤੇ ਵਿਚਾਰ ਕਰ ਸਕਾਂ, ਮੇਰੀ ਕੀ ਸਮਰੱਥਾ ਹੈ। ਵਾਰਿਆ ਨਾ ਜਾਵਾਂ ਏਕ ਵਾਰ, ਮੇਰੇ ਕੋਲੋਂ ਤਾਂ ਇੱਕ ਵਾਰੀ ਵਾਰਨੇ ਜਾਣ ਜੋਗੀ ਵੀ ਹਸਤੀ ਨਹੀਂ। ਮੈਂ ਇਤਨਾ ਤੁੱਛ ਹਾਂ, ਇਤਨਾ ਛੋਟਾ ਹਾਂ, ਪਰ ਹਾਂ ਇੱਕ ਗੱਲ ਮੈਨੂੰ ਦ੍ਰਿੜ ਹੋ ਗਈ ਹੈ, ਜੋ ਤੁਧ ਭਾਵੈ ਸਾਈ ਭਲੀ ਕਾਰ। ਹੇ ਅਕਾਲ ਪੁਰਖ ਜੀ, ਜੋ ਤੁਹਾਨੂੰ ਚੰਗਾ ਲੱਗਦਾ ਹੈ ਉਹੀ ਕਾਰ ਭਲੀ ਹੈ, ਉਹੀ ਕੰਮ ਚੰਗਾ ਹੈ। ਔਰ ਤੂੰ ਸਦਾ ਸਲਾਮਤ ਨਿਰੰਕਾਰ, ਹੈ ਨਿਰੰਕਾਰ ਤੂੰ ਹੈ ਜੋ ਸਦਾ ਸਲਾਮਤ ਕਾਇਮ ਰਹਿਣ ਵਾਲਾ ਹੈ। ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਆਦ ਪੂਰਨ ਮਧ ਪੂਰਨ ਅੰਤ ਪੂਰਨ ਪਰਮੇਸ਼ਵਰਾ, ਸਿਮਰੰਤ ਸੰਤ ਸਰਬਤ ਰਮਣ, ਨਾਨਕ ਅਗਨਾਤਨ ਜਗਦੀਸ਼ਵਰਾ। ਤੋ ਸਾਧ ਸੰਗਤ, ਇਹਨਾਂ 3 ਪੌੜੀਆਂ ਰਾਹੀਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਉਸ ਅਕਾਲ ਪੁਰਖ ਦੀ ਬੇਅੰਤਤਾ ਨੂੰ ਵਰਣਨ ਕਰਦਿਆਂ ਹੋਇਆਂ ਸਾਨੂੰ ਇਹ ਵੀ ਸਮਝਾਇਆ ਕਿ ਉਸ ਦੀ ਬੇਅੰਤਤਾ ਨੂੰ ਅਸੀਂ ਕਿਸੇ ਰੂਪ ਵਿੱਚ ਵੀ ਵਰਣਨ ਨਹੀਂ ਕਰ ਸਕਦੇ, ਔਰ ਨਾ ਹੀ ਸਾਨੂੰ ਇਸ ਤਰ੍ਹਾਂ ਦੀ ਗੁਸਤਾਖੀ ਕਰਨੀ ਚਾਹੀਦੀ ਹੈ। ਹਾਂ, ਅਸੀਂ ਉਸ ਦੀ ਰਜ਼ਾ ਵਿੱਚ ਚੱਲੀਏ, ਉਹਦੇ ਹੁਕਮ ਵਿੱਚ ਚੱਲੀਏ ਤੇ ਉਸ ਸਦਾ ਕਾਇਮ ਰਹਿਣ ਵਾਲੇ ਪਰਮੇਸ਼ਵਰ ਨੂੰ ਹਾਜ਼ਰ ਹਜ਼ੂਰ ਜ਼ਾਹਰ ਜ਼ਹੂਰ ਕਰਕੇ ਮੰਨੀਏ ਔਰ ਉਹਦੀ ਸ਼ਰਨ ਵਿੱਚ ਪਈਏ। ਇਸੇ ਨਾਲ ਹੀ ਸਾਡਾ ਭਲਾ ਕਲਿਆਣ ਹੋ ਸਕਦਾ ਹੈ। ਗਿਆਨੀ ਜੀ ਨੇ ਬੜੇ ਹੀ ਪਿਆਰ ਨਾਲ ਸਾਨੂੰ ਇਸ ਪੌੜੀ ਦੇ ਅਖਰੀ ਅਰਥ ਅਤੇ ਵਿਆਕਰਣ ਅਰਥ ਸਮਝਾਏ। ਹੁਣ ਸਮਾਂ ਹੋ ਚੱਲਿਆ ਹੈ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਅਸੀਂ ਤੁਹਾਨੂੰ ਮੁੜ ਮਿਲਦੇ ਹਾਂ ਪ੍ਰੋਗਰਾਮ ਗੁਰਮਤਿ ਲਾਈਵ 'ਚ। ਸਾਨੂੰ ਇਜਾਜ਼ਤ ਦਿਓ।